अमृत के दाते शमशीरे बहादुर सरबंसदानी सतगुरु पावन मुबारक अस्थान ते निता प्रति दियां हाजरियां आप संगतां लवा रहे हो। हाजरी भरदियां कीर्तन सरवण करदियां अथाह प्यार सत्कार शरधा नाल गुरु ग्रंथ साहिब महाराज जी दे चरण परसे हन। जिवें पूरे संसार विच कायनात विच शुमेर पर्वत एक है, इसे प्रकार परमेश्वर भी एक है। उस पूरी कायनात नूं अगवाई देण वाले पूरे संसार दे विच धन गुरु ग्रंथ साहिब भी एक हन। समुची गुरबाणी दी विचारधारा भी एक है। इक्का बाणी एक गुर इको शब्द विचार। आओ शब्द दी विचार अंदर सुरतियां बिरतियां एकागर करके जुड़िए। मलार राग दे अमृत बचन धन धन गुरु नानक पातशाह जी ने उचारण कीते हैं। रब्बी प्रीत वास्ते कुछ उदाहरणा भी दे रहे हैं। विचार दी सांझ गुरु कृपा सदका बनाइए, मन एकाग्र होवे, सारे लाहा प्राप्त करिए। समूह माई भाई संगत हाजरी लवाओ, उचारण करके आखो जी सतनाम श्री वाहे गुरु, सतनाम श्री वाहे गुरु। धन धन गुरु नानक बाबा अमृत बचना अंदर विचार अष्टपदी विचों रहाओ वाले बंद की उचारण कर रहे हैं। रैन बबीहा बोले ओ मेरी माई। साहिब सतगुरु बिस्तर ते बैठे हैं। पूरी रात हो गई जप तप विच, इबादत विच, बंदगी विच, नाम जपण विच। मां तृप्ता कहती है पुत्र आराम कर लो। सारी लोकाई रात दे समय आराम करती है, दिन दे समय जागते हैं। पर पुत्रा आप तां रात भी जागते रहंदे हो, दिन नूं भी जागते रहंदे हो। महाराज उस समय फिर कहते ने मां आवाज़ सुनो। बबीहे दी आवाज़ कन्नी पै रही है। पूरी रात हो गई बबीहे नूं बोलदियां, प्रियो प्रियो कर रहा है। मां बबीहा सारी रात पुकारदा ते मैं क्यों ना पुकारां। उसे संदर्भ विच फिर अमृत वेले गुरु नानक बाबे ने ये बचन गाविया। रैन बबीहा बोलियो मेरी माई। मां जिवें सारी रात बबीहा बोलिया, मैं भी सारी रात जपिया। भाव यह है कि एकाग्रता बन गई। ऐसी एकाग्रता जिस एकाग्रता विच आत्मक खेड़ा, आत्मक रस, जिन्नी चाख्या प्रेम रस से तृप्त रहे अगाए। वो रज गए, वो तृप्त हो गए जिन्हां ने प्रेम नाल उस प्यारे नूं
ਆਰਾਧਨ ਕੀਤਾ, ਚੇਤੇ ਵਿੱਚ ਵਸਾ ਲਿਆ। ਸਤਿਗੁਰੂ ਫਿਰ ਇਸ ਸ਼ਬਦ ਵਿੱਚ ਮਾਂ ਨੂੰ ਸੰਬੋਧਨ ਕਰਦੇ ਨੇ, ਰੈਣ ਬਬੀਹਾ ਬੋਲਿਓ ਮੇਰੀ ਮਾਈ। ਬਬੀਹੇ ਦਾ ਇਹ ਪ੍ਰਮਾਣ ਪੰਚਮ ਗੁਰਦੇਵ ਪਿਤਾ ਵੀ ਦੇ ਰਹੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਪਾਤਸ਼ਾਹ ਬੇਨਤੀ ਕਰਦੇ, ਸਾਰੀ ਰਾਤ ਬਬੀਹਾ ਬੋਲਦਾ, ਮਿਲਾਪ ਵਾਸਤੇ ਤੜਪਦਾ, ਕਿਤੇ ਸਵਾਂਤੀ ਬੂੰਦ ਮਿਲ ਜਾਏ। ਮਹਾਰਾਜ ਕਹਿੰਦੇ ਨੇ, ਮੈਂ ਵੀ ਬੇਨਤੀ ਕਰਦਾ ਹਾਂ, ਮੈਨੂੰ ਪਿਆਰੇ ਪ੍ਰੀਤਮ ਸਤਿਗੁਰੂ ਦਾ ਦੀਦਾਰ ਮਿਲ ਜਾਏ। ਉਹਨਾਂ ਦੀਦਾਰਾਂ ਤੱਕ, ਦਰਸ਼ਨਾਂ ਤੱਕ ਪਹੁੰਚਣ ਦੇ ਲਈ ਇਹ ਸਾਰੀ ਸਾਧਨਾ ਹੈ। ਜਿਵੇਂ ਜਿਵੇਂ ਉਸ ਨੂੰ ਚੇਤੇ ਵਿੱਚ ਵਸਾਇਆ ਜਾਂਦਾ ਹੈ ਤਾਂ ਅੰਤਹਿਕਰਨ ਆਨੰਦ ਨਾਲ ਭਰ ਜਾਂਦਾ ਹੈ। ਜਿੱਥੇ ਆਨੰਦ ਆਉਂਦਾ ਹੈ ਪ੍ਰਭੂ ਦੀ ਸਿਮਰਤੀ ਵਿੱਚੋਂ, ਖੁਸ਼ੀਆਂ ਤੇ ਖੇੜੇ ਮਿਲਦੇ ਨੇ। ਪਿਆਰਾ ਪ੍ਰੀਤਮ ਜਿਵੇਂ ਜਿਵੇਂ ਚੇਤੇ ਵਿੱਚ ਵਸਦਾ ਹੈ, ਮਨ ਨਿਮਾਣਤਾ ਵਿੱਚ ਚਲਾ ਜਾਂਦਾ ਹੈ। ਪਿਆਰੇ ਪ੍ਰੀਤਮ ਅਕਾਲ ਪੁਰਖ ਦਾ ਪਿਆਰ ਪ੍ਰਾਪਤ ਹੋ ਜਾਂਦਾ ਹੈ, ਨੇੜਤਾ ਮਿਲ ਜਾਂਦੀ ਹੈ। ਤੇ ਸਤ ਸੰਗਤ ਇਸ ਅਵਸਥਾ ਦੇ ਵਿੱਚ ਫਿਰ ਜੀਵ ਦੂਰੀ ਨਹੀਂ ਬਣਾਉਣਾ ਚਾਹੁੰਦਾ, ਇੱਕਮਿਕ ਹੋ ਕੇ, ਅਭੇਦ ਹੋ ਕੇ ਉਸ ਪਿਆਰੇ ਦਾ ਰਸ ਮਾਣਦਾ, ਆਨੰਦ ਮਾਣਦਾ। ਕਿਉਂਕਿ ਇਸ ਬਬੀਹੇ ਨੂੰ ਪਿਆਸ ਹੈ ਤੇ ਮਹਾਰਾਜ ਕਹਿੰਦੇ ਮੈਨੂੰ ਵੀ ਪਿਆਸ ਹੈ, ਮੇਰੇ ਅੰਦਰ ਵੀ ਕਹਿਣ ਲੱਗੇ ਪਿਆਸ ਹੈ। ਪਿਆਰੇ ਦੇ ਮਿਲਾਪ ਵਾਸਤੇ ਇਹ ਜਿਹੜੀ ਤੜਪ ਹੈ, ਇਹ ਜਿਹੜੀ ਖਿੱਚ ਹੈ, ਮਹਾਰਾਜ ਕਹਿੰਦੇ ਨੇ ਦਿਨ ਰਾਤ ਇਹ ਪਿਆਸ ਬਣੀ ਹੋਈ ਹੈ, ਮੈਂ ਮਿਲਣਾ ਚਾਹੁੰਦਾ। ਮਹਾਰਾਜ ਕਹਿੰਦੇ ਮਿਲਣ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ। ਹੁਣ ਜਿਵੇਂ ਮਿਲਣਾ ਚਾਹੁੰਦੇ ਨੇ ਰਾਜਾ ਸ਼ਿਵਨਾਥ ਗੁਰੂ ਨਾਨਕ ਪਾਤਸ਼ਾਹ ਨੂੰ, ਤੜਪ ਹੈ। ਭਾਈ ਲਾਲੋ ਦੇ ਹਿਰਦੇ ਵਿੱਚ ਤੜਪ ਹੈ। ਪਹਿਲਾ ਦੀਦਾਰ ਕਰ ਲਿਆ, ਦੂਜੀ ਵਾਰ ਫਿਰ ਗੁਰੂ ਨਾਨਕ ਪਾਤਸ਼ਾਹ ਬਚਨ ਦੇ ਕੇ ਗਏ, ਫਿਰ ਤੇਰੇ ਕੋਲ ਆਵਾਂਗੇ। ਤੇ ਭਾਈ ਲਾਲੋ ਦਿਨ ਰਾਤ ਤੜਪਦਾ, ਕਿਵੇਂ ਮਿਲਾਂਗਾ, ਕਦੋਂ ਮਿਲਾਂਗਾ, ਸਤਿਗੁਰੂ ਜੀ ਕਿਵੇਂ ਆ ਕੇ ਮੈਨੂੰ ਦਰਸ਼ਨ ਦੇਣਗੇ। ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਲਾਲੋ ਦਿਨ ਰਾਤ ਚੇਤੇ ਕਰਦਾ ਹੈ। ਜਿਨ੍ਹਾਂ ਦੀ ਆਤਮਿਕ ਅਵਸਥਾ ਇੱਕ ਮਿਕਤਾ ਵਾਲੀ ਗੁਰੂ ਚਰਨਾਂ ਵਿੱਚ ਬਣ ਗਈ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਭਾਈ ਲਾਲੋ ਆਤਮਿਕ ਰਸੀਆ ਬਣ ਗਿਆ ਹੈ, ਇੰਨਾ ਕੁ ਪ੍ਰੇਮ ਹੈ, ਦਿਨ ਰਾਤ ਹਰ ਵਕਤ ਗੁਰੂ ਨਾਨਕ ਨੂੰ ਚੇਤੇ ਕਰਦਾ ਹੈ। ਜਿਵੇਂ ਬੇਬੇ ਨਾਨਕੀ ਦਿਨ ਰਾਤ ਗੁਰੂ ਨਾਨਕ ਗਾਉਂਦੀ ਹੈ, ਉਸ ਨੂੰ ਹੋਰ ਨਹੀਂ ਕੁਝ ਚਾਹੀਦਾ। ਵਿਦਵਾਨਾਂ ਨੇ ਲਿਖਿਆ, ਬੇਬੇ ਨਾਨਕੀ ਤ੍ਰਿਪਤ ਹੋ ਗਈ ਹੈ ਕਿਉਂਕਿ ਸੱਚਾ ਭੋਜਨ ਅੰਮ੍ਰਿਤ ਨਾਮ ਮਿਲ ਗਿਆ ਹੈ। ਉਸਨੇ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਉਪਰਾਮਤਾ ਇੰਨੀ ਕੁ ਬਣਾ ਲਈ ਹੈ, ਕਦੇ ਆਪਣੇ ਭਰਾ ਨੂੰ ਨਹੀਂ ਕਿਹਾ, ਗੁਰੂ ਨਾਨਕ ਬਾਬੇ ਨੂੰ ਨਹੀਂ ਕਿਹਾ ਤੁਸੀਂ ਦਾਤਾ ਹੋ ਤੇ ਸਾਰੇ ਸੰਸਾਰ ਨੂੰ ਦਾਤਾਂ ਦਿੰਦੇ ਹੋ,
मैनू भी पुत्र दी दात धी दी दात दिओ। कदे नहीं बेबे नानकी ने मंगया। ਉਹੀ नहीं मंगदा जो तृप्त हो जाता है, क्योंकि ढाडी दर प्रभ मंगना दर कदे ना छोड़े। जिहड़ा परमात्मा दे घर दा ढाडी है, परमात्मा दे घर दा दास है, वो परमात्मा दे दर तो ही मंगदा है, होर कोई दर नहीं। ते दूजा पक्ष की है, एक मिक जदों कोई सच विच हो जाए, लीन हो जाए, फिर महाराज कहंदे ने ढाडी को मंगण चित ना आवे। हुण ढाडी इन्ना को अभेद हो गया, मंगना ख्याल विच नहीं आ रहा कि हुण की मंगा, क्योंकि सारियां दा सिरमोर दाता मिल गया, परमात्मा मिल गया, सब कुछ मिल गया। वो नहीं सी मिलिया जिवें कुछ नहीं सी मिलिया। जा तू मेरे वल है तां क्या मोह छंदा, तुद सब किश मैनू सौंपिया, जां तेरा बंदा। जदों उसदे हो गए, वो अपना हो गया, तो ही मोही मोही तो ही अंतर कैसा, तेरे मेरे मेरे तेरे विच हुण अंतर नहीं रह गया। जब हम होते तब तू नाही, अब तू ही मैं नाही। कबीर तू तू करता तू हुआ। भाई लालो जी का नाम गुरु ग्रंथ साहिब विच दर्ज किया गया। भाई मरदाना जी का नाम गुरु ग्रंथ साहिब विच दर्ज किया गया, इसे वास्ते कि ये महान आत्मावां वो ने जिन्हां ने कदे गुरु नानक पातशाह पासों पदार्थ नहीं मंगे, परमार्थ मंगया। पदार्थ नहीं, परमार्थ। सच दे मार्ग ते चले, सच तक पहुंच गए, लीन हो गए गुरु दे अंदर। इन्ने को लीन हो गए, इन्ने को अभेद हो गए, कदे मंगया नहीं। भाई लालो ने कदे नहीं मंगया, बेबे नानकी ने कदे नहीं मंगया, भाई मरदाना जी ने कदे नहीं मंगया। ते सत संगत मां तृप्त हो गई। गुरु नानक पातशाह महाराज जी ने नदर ही ऐसी कर दी, धन जननी जिन जाया धन पिता प्रधान। जननी धन है, मां धन है। गुरु सवारियो, मां दी संगत बच्चा करता है। गोद विच धी है, गोद विच पुत्र है, वो मां दी संगत करता है। उस संगत दा किन्ना वड्डा प्रभाव है। जैसी बोली मां दी है, बच्चे नूं उही बोली बोलनी आ जाती है। तो हर सवास, हर पल, हर खिन मां अपने बच्चे नूं चेते विच वसा लैंदी है, बच्चा मां नूं चेते विच वसा लैंदा है। ठोकर लगण ते मां चेते आउंदी है, दुखद घड़ी विच मां चेते आउंदी है। इसे प्रकार मां नूं बच्चा चेते, पुत्र चेते, धी चेते आउंदी है। महाराज ने कहा रब नूं किवें चेते करना है? कहंदे पंघूड़े विच बालक पिया, मां काम कार करदी पई है, ध्यान ते चित उसदा बच्चे विच लगा है। अंतर बाहर काज विरोधी, चीत सो बारक राखियले। पंघूड़े विच बालक है, अंतर बाहर काज विरोधी, घर विच काम कार करदी है, कदे रसोई विच चली जाती है, कदे विहड़े विच। चीत सो बारक राखी अले, ओदा चित अंतःकरण बालक विच है। थोड़ा जिहा ऊंघण ते, रोण ते, जां एकदम जागण ते
मां बच्चे वाल नूं भजदी है। फिर गल ला लैंदी है, ज्यों माता बाल लपटावे त्यों ज्ञानी नाम कमावे। जिवें मां नूं उचेचे तौर ते बह के नहीं चेते पुੱਤਰ ਨੂੰ करना पैंदा, ਕੰਮਕਾਰ ਕਰਦਿਆਂ भी पुੱਤਰ चेते विच है। इदां रब दा जिन्हां नूं ज्ञान हो गया उन्हां नूं रब हमेशा लई चेते है, कदे भुलदा नहीं। रैन बवीहा बोलियो मेरी माई, हे मां। गुरु नानक पातशाह कहंदे बवीहा सारी रात बोलिया। इस बवीहे नूं की चाहीदा? ध्यान देना, एक बूंद जल कारणे चातृक दुख पावे। इसनूं एक सवांती बूंद चाहिदी है, रज हो जाएगा, प्यास बुझ जाएगी, तृप्त हो जाएगा। इसे प्रकार आरंभक वाक ने चातृक मीन जल ही ते सुख पावे, सारंग शब्द सुहाई। तीन प्रमाण इकट्ठे दे दिते ने। पहला चातृक भाव बबीहा, दूसरा प्रमाण मीन, मीन तो भाव है मच्छी, मच्छी है, बबीहा है। ते महाराज कहते ने ये जल ही ते सुख पावे। स्वांती बूंद मिल गई है, चातृक नूं सुखी है, मच्छी नूं पानी विच रहना मिल गया, सुखी है। पर जे किते पानी तो विछड़ गई फिर तड़पदी है, फिर दुखी है, पानी विच रह के सुखी है। सारंग शब्द सुहाई, सारंग दा सत संगत अर्थ इत्थे आया है हिरन। उसनूं पकड़न वाले घंडे हेड़े दी आवाज़ मिठी धुनी पैदा करते ने ते वो शांत होके सुनन लग जाता है। जिवें जिवें आवाज़ सुनदा उस आवाज़ वाल नूं दौड़िया जाता है। आवाज़ इन्नी मिठी हुंदी है कि ये फिर जाल विच फस जाता है, शिकारी दे जाल विच फस जाता है। मेरे साहिब दातार पिता कहते ने इसे प्रकार जिन्हां दे अंदर प्यास लगी है वो प्यारे नूं प्यार ते प्रेम दी डोर नाल बन लैंदे ने। उन्हां दे अंदर प्यार दी डोर खिच है, चाहत है। क्योंकि जो हम बांधे मोह फास, हम प्रेम बंधन तुम बांधे। रब जी असी प्रेम दी डोरी नाल तुहानू बन सकते हैं। मूँ लालन स्यों प्रीत बनी, तोरी ना टूटै, तोरी ना टूटै, शोरी ना छूटै, ऐसी माधो खिंच तनी। ये प्रेम दी डोर सारिਆਂ ਨੂੰ बन सकती है। सत संगत आपां परिवारां वाले हाँ, साडे सारिਆਂ दे अंदर जिहड़ी डोर है उसका नाम है मोह। परिवारां दा मोह, बच्चियां दा मोह, पदार्थां दा मोह। मोह का अर्थ हुंदा है मेरा, मेरा मेरा कहिए मोह बन जाता है। ये जिहड़ा मोह है साडा, मोह की डोर बड़ी दूर तक है। जिथे जिथे परिवारां दे जी बैठे हैं साडी मोह की डोर उत्थों तक पहुँच गई है। फिर असी फोन कर करके हाल चाल पुछदे हाँ। मोह है तो पुछदे हाँ, नहीं तो गवांढ विच कोई बैठा है ओहदा हाल चाल नहीं पुछदे। पर अपना कनेडा अमरीका बैठा है ओहदा भी हाल चाल जानना चाहुंदे हैं। और रोज़
24 ਘੰਟਿਆਂ ਵਿੱਚ ਇੱਕ ਵਾਰ ਜਿਤਨੀ ਦੇਰ ਤੱਕ ਗੱਲ ਨਾ ਕਰ ਲਈ ਜਾਵੇ, ਮਨ ਦੇ ਮੋਹ ਦਾ ਰੱਜ ਨਹੀਂ ਹੁੰਦਾ। ਮੋਹ ਚਾਹੁੰਦਾ ਹੈ ਇੱਕ ਵਾਰ ਪੁੱਛੋ ਕੀ ਹਾਲ ਹੈ। ਗੁਰੂ ਸਵਾਰਿਓ, ਗੁਰੂ ਦਾ ਆਪਣੇ ਸਿੱਖਾਂ ਨਾਲ ਮੋਹ ਦਾ ਨਾਤਾ ਨਹੀਂ ਹੈ, ਗੁਰੂ ਦਾ ਨਾਤਾ ਹੈ ਪ੍ਰੇਮ ਦਾ। ਗੁਰੂ ਪ੍ਰੇਮ ਦੀ ਡੋਰ ਨਾਲ ਬੰਨ੍ਹਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਤਿਗੁਰੂ ਪ੍ਰੇਮ ਦੀ ਡੋਰ ਨਾਲ ਐਸਾ ਬੰਨ੍ਹਦੇ ਨੇ, ਸਦੀਵੀ ਸਦੀਵੀ ਆਪਣੇ ਨਾਲ ਬੰਨ੍ਹ ਲੈਂਦੇ ਨੇ। ਕਹਿੰਦੇ ਨੇ ਇਹ ਹੁਣ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਸਤਿਗੁਰੂ ਕਹਿੰਦੇ ਮੈਂ ਉਹਦਾ ਦਾਸ ਬਣਨ ਲਈ ਤਿਆਰ ਹਾਂ, ਕਿਉਂਕਿ ਸਾਹਿਬ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਇਹ ਅੰਕਿਤ ਕਰ ਲਿਆ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਜੁੜਦਾ ਜੋੜਦਾ, ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਤੋੜਨ ਵਰਗਾ ਪਾਪ ਕੋਈ ਨਹੀਂ। ਤੋੜਦਾ ਕੌਣ ਹੈ? ਹੰਕਾਰ, ਹਉਮੈ। ਸੰਸਾਰ ਦੀ ਮਾਇਆ ਤੋੜਦੀ ਹੈ ਤੇ ਪ੍ਰੇਮ ਜੋੜਦਾ। ਗੁਰੂ ਪ੍ਰੇਮ ਕਰਦੇ ਨੇ ਆਪਣੇ ਸਿੱਖ ਨੂੰ, ਸਿੱਖ ਗੁਰੂ ਨਾਲ ਪ੍ਰੇਮ ਕਰਦਾ, ਪ੍ਰੇਮ ਜੋੜਦਾ। ਜਦੋਂ ਜੁੜ ਗਿਆ, ਇੰਨਾ ਜੁੜ ਗਿਆ, ਗੁਰੂ ਸਵਾਰਿਓ ਧਿਆਨ ਦੇਣਾ, ਇੰਨਾ ਕੁ ਜੁੜ ਗਿਆ, ਸਤਿਗੁਰੂ ਕਹਿੰਦੇ ਹੁਣ ਤੇਰੇ ਸਿਰ ਤੇ ਆਰਾ ਵੀ ਚੱਲੇ, ਤੇਰੀ ਪ੍ਰੀਤ ਨਹੀਂ ਟੁੱਟ ਸਕਦੀ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਣ ਬੜੇ ਨੇ, ਲਿਖਿਆ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲ ਗਿਆ, 2 ਟੁਕੜਿਆਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ, ਅਰਦੋ ਉਰਦ ਚਰਾਏ ਸੋ ਡਾਰਾ, ਪਰਿਓ ਧਰਤੀ ਪਰ ਹਵੈ 2 ਥਾਰਾ, ਦੋਨੋਂ ਤਨ ਤੇ ਜਪਜੀ ਪੜ੍ਹੈ, ਹੇਰਤ ਸਭ ਕੈ ਅਚਰਜ ਬੜੈ। ਹੈਰਾਨ ਰਹਿ ਗਏ ਸਾਰੇ ਕਿ ਜਪਜੀ ਸਾਹਿਬ ਦੀ ਆਵਾਜ਼ 2 ਟੁਕੜਿਆਂ ਵਿੱਚੋਂ ਵੀ ਆ ਰਹੀ ਹੈ, ਕਿਉਂਕਿ ਸਿੱਖ ਦਾ ਪਿਆਰ ਬਾਣੀ ਨਾਲ ਹੈ, ਬਾਣੇ ਨਾਲ ਹੈ, ਗੁਰੂ ਦੀ ਮਰਿਆਦਾ ਨਾਲ ਹੈ। ਜਿੱਥੇ ਮਰਿਆਦਾ ਹੈ ਉੱਥੇ ਗੁਰੂ ਹੈ। ਸਿੱਖ ਦਾ ਨਾਤਾ ਹੈ, ਸਿੱਖ ਦੀ ਸਾਂਝ ਹੈ। ਮਰਿਆਦਾ ਤਾਂ ਉੱਠਦਿਆਂ ਸਾਰ ਸ਼ੁਰੂ ਹੋ ਜਾਣੀ ਹੈ, ਜਦੋਂ ਬਿਸਤਰ ਤੋਂ ਜਾਗੇਗਾ ਸਿੱਖ, ਅੰਮ੍ਰਿਤ ਵੇਲੇ ਜਾਗੇਗਾ, ਜਾਗਦਿਆਂ ਸਾਰ ਆਪਣੇ ਕੇਸਾਂ ਵਿੱਚ ਕੰਘਾ ਕਰੇ। ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਦਈ। ਫਿਰ ਕੀ ਹੋਏਗਾ? ਆਲਸ ਦੂਰ ਹੋ ਜਾਏਗਾ। ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਉੱਠਦਿਆਂ ਸਾਰ ਕੇਸਾਂ ਵਿੱਚ ਕੰਘਾ ਕਰਨਾ, ਫਿਰ ਇਸ਼ਨਾਨ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ ਹੈ, ਦਿਨ ਦੇ ਸਮੇਂ ਫਿਰ ਕਿਰਤ ਕਰਨੀ ਹੈ ਤੇ 2 ਵੇਲੇ ਦੀ ਸੰਗਤ ਕਰਨੀ ਹੈ। ਗੁਰਦੇਵ ਪਿਤਾ ਨੇ ਸਾਨੂੰ ਸਮਝਾਇਆ, ਇਹ ਸਤ ਸੰਗਤ ਤੈਨੂੰ ਸੱਚ ਤੱਕ ਲੀਨ ਕਰ ਸਕਦੀ ਹੈ। ਜੇ ਤੂੰ ਸਤ ਸੰਗਤ ਨਾ ਕੀਤੀ, ਫਿਰ ਤੂੰ ਇਸ ਸੰਸਾਰ ਦੇ ਵਿੱਚ ਜਿਹੋ ਜਿਹਾ ਆਇਆ, ਜਿਹੋ ਜਿਹਾ ਨਾ ਆਇਆ। ਇਸ ਵਾਸਤੇ ਸਤ ਸੰਗਤ ਸਾਨੂੰ ਤਾਰਦੀ ਹੈ। ਬੱਚੇ ਬੱਚਿਆਂ ਨਾਲ ਬੈਠ ਕੇ ਸੰਗਤ ਕਰਦੇ ਨੇ ਤੇ ਪ੍ਰਸੰਨ ਹੁੰਦੇ ਨੇ। ਇਸੇ ਪ੍ਰਕਾਰ ਗੁਰਮਤ ਤੇ ਰਸੀਏ, ਗੁਰਮਤ ਸੁਣਦੇ ਨੇ, ਗੁਰਬਾਣੀ ਦੀ ਵਿਚਾਰ ਸੁਣਦੇ ਨੇ, ਮੁੱਖ ਵਾਕ ਸੁਣਦੇ ਨੇ, ਹੁਕਮਨਾਮਾ ਸੁਣਦੇ ਨੇ, ਕੀਰਤਨ ਸੁਣਦੇ ਨੇ, ਪਾਠ ਕਰਦੇ ਨੇ, ਪਾਠ ਬੈਠ ਕੇ ਸੁਣਦੇ ਨੇ। ਗੁਰਮਤ ਦੇ ਰਸੀਏ ਗੁਰੂ ਨਾਲ ਜੁੜੇ ਰਹਿੰਦੇ ਨੇ। ਗੁਰਮਤ ਸਾਚੀ, ਸਾਚਾ ਵਿਚਾਰ। ਗੁਰੂ ਗ੍ਰੰਥ ਸਾਹਿਬ ਨੇ ਸਾਰਿਆਂ ਨੂੰ ਜੋੜਿਆ। ਭਗਤ ਸਹਿਬਾਨ
ਵੱਖਰੀਆਂ ਵੱਖਰੀਆਂ ਜਾਤ ਬਿਰਾਦਰੀਆਂ ਦੇ, ਪਰ ਜਿਹੜਾ ਉਹਨਾਂ ਨੇ ਨਾਮ ਜਪਿਆ ਉਸ ਨਾਮ ਦਾ ਇੱਕ ਰਸ ਹੈ। ਉਹ ਰਸ ਕੀ ਹੈ? ਆਤਮਾ ਦਾ ਰਸ, ਆਤਮਾ ਦਾ ਰਸ, ਭਗਤੀ ਦਾ ਰਸ। ਭਗਤੀ ਦਾ ਰਸ ਇੱਕ ਹੈ, ਵੱਖਰੇ ਵੱਖਰੇ ਨਹੀਂ ਹਨ। ਹਾਂ, ਪਦਾਰਥਾਂ ਦਾ ਰਸ ਵੱਖਰਾ ਵੱਖਰਾ ਹੈ। ਸੇਬ ਖਾ ਲਓ ਵੱਖਰਾ ਰਸ ਹੈ, ਅਮਰੂਦ ਖਾਓ ਵੱਖਰਾ ਰਸ ਹੈ, ਕੇਲਾ ਖਾਵੇ ਕੋਈ ਵੱਖਰਾ ਰਸ ਹੈ, ਅਨਾਰ ਖਾਈਏ ਵੱਖਰਾ ਰਸ ਹੈ, ਕੋਈ ਦੁੱਧ ਪੀਂਦਾ ਵੱਖਰਾ ਰਸ ਹੈ, ਕੋਈ ਲੱਸੀ ਪੀਂਦਾ ਵੱਖਰਾ ਰਸ ਹੈ, ਕੋਈ ਮੱਖਣ ਖਾਂਦਾ ਵੱਖਰਾ ਰਸ ਹੈ। ਮਹਾਰਾਜ ਕਹਿੰਦੇ ਪਰ ਇੱਥੇ ਜਿਹੜਾ ਨਾਮ ਹੈ ਉਹ ਮੱਖਣ ਦੀ ਤਰ੍ਹਾਂ ਹੈ, ਸਭ ਨੂੰ ਪਸੰਦ ਹੈ ਮੱਖਣ। ਹਰ ਕੋਈ ਕਹਿੰਦਾ ਮੱਖਣ ਮੈਨੂੰ ਪਸੰਦ ਹੈ। ਤੇ ਗੁਰਦੇਵ ਪਿਤਾ ਬੋਲੇ, ਸੰਤੋ ਮੱਖਣ ਖਾਇਆ, ਛਾਛ ਪੀਐ ਸੰਸਾਰ। ਜਪਣ ਵਾਲਿਆਂ ਨੇ ਮੱਖਣ ਖਾ ਲਿਆ, ਜਪਣ ਵਾਲਿਆਂ ਨੇ ਆਤਮਿਕ ਰਸ ਮਾਣ ਲਿਆ। ਆਤਮਿਕ ਰਸ ਇੱਕ ਹੈ। ਗੁਰਬਾਣੀ ਨੇ ਸਾਰਿਆਂ ਨੂੰ ਇੱਕ ਕੀਤਾ। ਇੱਕਾ ਬਾਣੀ ਇੱਕ ਗੁਰ, ਇੱਕਾ ਸ਼ਬਦ ਵਿਚਾਰ। ਗੁਰਬਾਣੀ ਇੱਕ ਹੈ। ਸਤ ਸੰਗਤ ਗੁਰਦੇਵ ਪਿਤਾ ਨੇ ਬਖਸ਼ਿਸ਼ ਕਰ ਦਿੱਤੀ। ਸਤ ਸੰਗਤ ਮਿਲੇ ਵਡ ਭਾਗ, ਤਾਂ ਹਰ ਰਸ ਆਵੇ ਜੀਓ। ਇਹ ਹਰ ਰਸ, ਭਗਤੀ ਦਾ ਰਸ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਗੁਰਦੇਵ ਪਿਤਾ ਦੇ ਘਰ ਵਿੱਚ ਅਸ਼ਟਪਦੀ ਦੀ ਵਿਚਾਰ ਕਰ ਰਹੇ ਹਾਂ। ਜਿਸ ਅਸ਼ਟਪਦੀ ਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਕਿਤ ਕੀਤਾ ਕਿ ਰੈਣ ਬਬੀਹਾ ਬੋਲਿਓ ਰੀ ਮੇਰੀ ਮਾਈ। ਮਾਂ ਸਾਰੀ ਰਾਤ ਬਬੀਹਾ ਬੋਲਿਆ। ਇਸੇ ਪ੍ਰਕਾਰ ਬੋਲ ਹਰ ਨਾਮ ਸਫਲ ਸਾ ਘਰੀ। ਜਦੋਂ ਅਸੀਂ ਨਾਮ ਬੋਲਾਂਗੇ, ਨਾਮ ਜਪਾਂਗੇ, ਤੇ ਉਹ ਘੜੀ ਸਾਡੇ ਜੀਵਨ ਦੀ ਸਫਲੀ ਹੁੰਦੀ ਜਾਏਗੀ, ਸਵਾਸ ਸਫਲੇ ਹੁੰਦੇ ਜਾਣਗੇ। ਤੇ ਇਸੇ ਪ੍ਰਕਾਰ ਅਸੀਂ ਗੁਰੂ ਦੀ ਫਿਰ ਮੱਤ ਦੇ ਧਾਰਨੀ ਹੋ ਕੇ ਜੀਵਨ ਨੂੰ ਵੀ ਸਫਲਾ ਕਰ ਲਵਾਂਗੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ।